ਆਹਲੂਵਾਲੀਆ ਫੈਮਿਲੀ ਤੋਂ ਬਿਲੋਂਗ ਕਰਦਾ ਹੈਗਾ। ਸੈਂਟਰਲ ਗਵਰਨਮੈਂਟ ਔਰ ਕੁਝ ਕੰਟਰੀਜ਼ ਦੇ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ ਦੇ ਨਾਲ ਮੇਰਾ ਕਮਿਊਨੀਕੇਸ਼ਨ ਰਿਹਾ, ਜਿਹਦੇ ਵਿੱਚ ਮੈਂ ਗਵਰਨਮੈਂਟ ਨੂੰ ਵੱਖਰੇ ਮਹਿਕਮਿਆਂ ਦੀ ਇੰਪਰੂਵਮੈਂਟ ਔਰ ਗਵਰਨੈਂਸ ਦੇ ਵਿੱਚ ਮੈਂ ਸੁਜੈਸ਼ਨਸ ਲਿਖਦਾ ਹਾਂ। ਟੌਪ 20 ਕੰਟਰੀਜ਼ ਨੇ ਜਿਹੜੇ ਅਫੈਕਟਡ ਨੇ, ਉਹਨਾਂ ਦੇ ਪ੍ਰੈਜ਼ੀਡੈਂਟਸ ਤੇ ਪ੍ਰਾਈਮ ਮਿਨਿਸਟਰਸ ਨੂੰ ਵੀ ਮੈਂ ਸੁਜੈਸ਼ਨਸ ਭੇਜੀਆਂ, ਆਬਜ਼ਰਵੇਸ਼ਨਸ ਭੇਜੀਆਂ। ਵਿਜ਼ਨ ਜਿਹੜਾ ਹੈ ਯੂਥ ਦਾ, ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਜੋ ਮੈਂ ਫੀਲ ਕਰਦਾ ਕਿ ਯੂਥ ਅੱਗੇ ਆਉਣਾ ਚਾਹੁੰਦਾ ਹੈ, ਜੋ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ, ਨੂੰ ਮੈਂ ਇਹੀ ਸਲਾਹ ਦੇਣਾ ਚਾਹਾਂਗਾ ਕਿ ਐਜੂਕੇਸ਼ਨ ਪ੍ਰੈਕਟੀਕਲ ਐਕਸਪੀਰੀਅੰਸ ਦੇ ਦਾਇਰੇ ਤੋਂ ਬਾਹਰ ਨਿਕਲਿਆ ਜਾਵੇ। ਆਪਾਂ ਨੂੰ ਆਪਣੀ ਲੋੜ ਵਾਸਤੇ ਆਪਾਂ ਨੂੰ ਇੰਡੀਪੈਂਡੈਂਟ ਹੋਣਾ ਪਏਗਾ, ਆਪਣੀ ਜਿਹੜੀ ਸੋਚ ਇੰਡੀਪੈਂਡੈਂਟ ਰੱਖਣੀ ਪੜੇਗੀ, ਕਿਉਂਕਿ ਸਮਾਜ ਦੇ ਵਿੱਚ ਕੁਝ ਲੋਕ ਸਾਡੇ ਵੈਲ ਵਿਸ਼ਰਸ ਨੇ, ਕੁਝ ਲੋਕ ਜਿਹੜੇ ਸਾਡੇ ਕੰਪੀਟੀਟਰਸ ਨੇ। ਸਾਨੂੰ ਇਨਸਾਨੀਅਤ ਨੂੰ ਜਾਣਨ ਦਾ ਇੱਕ ਮੌਕਾ ਮਿਲਿਆ ਹੈ। ਤਾਂ ਇਸ ਟਾਈਮ ਦੇ ਵਿੱਚ, ਮੁਸ਼ਕਿਲ ਭਰੇ ਟਾਈਮ ਦੇ ਵਿੱਚ ਇਨਸਾਨ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਬਾਹਰਲੇ ਮੁਲਕਾਂ ਤੱਕ ਸੋਚ ਸੀਮਿਤ ਕਰਕੇ ਬੈਠੀ ਹੈ, IAS IPS ਬਣਨ ਵੱਲ ਧਿਆਨ ਕਿਉਂ ਨਹੀਂ ਦੇ ਰਹੀ? ਜਾਂ ਤਾਂ ਕੋਈ ਬਿਜ਼ਨਸ 'ਚ ਚਲਾ ਜਾਂਦਾ ਹੈ, ਕੋਈ ਬਾਹਰ ਚਲਾ ਜਾਂਦਾ ਹੈ, ਜਾਂ ਕੋਈ ਇੱਥੇ ਛੋਟੀ ਮੋਟੀ ਪ੍ਰਾਈਵੇਟ ਜੌਬ ਕਰ ਲੈਂਦਾ ਹੈ, ਜਾਂ ਜਿਹੜੇ ਕਿ ਜ਼ਿਆਦਾ ਜਾਗਰੂਕ ਯੂਥ ਹੁੰਦਾ ਉਹ ਫਿਰ IAS IPS ਜਾਂਦੇ। ਬਟ ਆਪਣਾ ਜੋ ਮੈਂ ਐਜ਼ ਅ ਯੂਥ ਮੈਂ ਫੀਲ ਕਰਦਾ ਹਾਂ ਕਿ ਕਿਸੇ ਵੀ ਟ੍ਰੇਡ ਜਾਂ ਸੈਕਟਰ ਦੇ ਵਿੱਚ ਜਿਹੜਾ ਸਿਸਟਮ ਹੈ, ਗਵਰਨੈਂਸ ਹੈ, ਉਹ ਸਫੋਕੇਟਿੰਗ ਹੈ। ਜਦੋਂ ਵੀ ਆਪਾਂ ਕਿਸੇ ਪੁਲਿਸ ਵਾਲੇ ਨੂੰ ਜਾਂ IAS ਨੂੰ ਜਾਂ ਕਿਸੇ PCS ਨੂੰ ਅਸੀਂ ਕੰਮ ਕਰਦੇ ਓਬਜ਼ਰਵ ਕਰਦੇ ਹਾਂ, ਤੇ ਅਸੀਂ ਸਮਝੀਏ ਉਹਨਾਂ ਦਾ ਜਿਹੜਾ ਆਪਣਾ ਗੋਲ ਹੈ ਜ਼ਿੰਦਗੀ ਦਾ, ਉਹ ਡਿਸਟਰਬ ਨਾ ਹੋਵੇ। ਕਿਸੇ ਨੂੰ ਸਪੋਰਟ ਕਰਨਾ ਚੰਗੀ ਗੱਲ ਹੈ, ਔਰ ਜਿਹੜੀ ਇਹ ਪੋਲੀਟੀਕਲ ਐਕਟੀਵਿਟੀਜ਼ ਹੈਗੀਆਂ ਯੂਥ ਦੀਆਂ, ਉਹਦੇ ਪ੍ਰੋਸ ਔਰ ਕੌਨਸ ਦੋਨੋਂ ਹੀ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਸੌਰਵ ਮੜੀਆ, ਐਕਟ 19 ਨਿਊਜ਼ TV ਲੈ ਕੇ ਆਇਆ ਅੱਜ ਇੱਕ ਉਹ ਸ਼ਖਸੀਅਤ ਜੋ ਕਿ ਕਿਸੇ ਪੋਲੀਟੀਕਲ, ਕਿਸੇ ਓਫੀਸ਼ੀਅਲ, ਕਿਸੇ ਸਰਕਾਰੀ ਮਹਿਕਮੇ ਨਾਲ ਸੰਬੰਧਿਤ ਨਹੀਂ ਹੈ, ਪਰ ਅੱਜ ਉਹਨੇ ਆਪਣਾ ਖੁਦ ਦਾ ਇੱਕ ਐਸਾ ਮੁਕਾਮ ਬਣਾਇਆ ਹੈ ਕਿ ਜੋ ਸਿੱਧਾ CM ਜਾਂ ਜਿਹੜੀਆਂ ਫੋਰਨ ਕੰਟਰੀ ਦੇ ਜਿਹੜੇ ਪ੍ਰੈਜ਼ੀਡੈਂਟਸ ਹੈਗੇ ਨੇ, ਅਲੱਗ-ਅਲੱਗ ਕੰਟਰੀਜ਼ ਦੇ ਜਿੰਨੇ ਵੀ ਉੱਚ ਅਧਿਕਾਰੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ। ਮੇਰੀ ਮੁਰਾਦ ਮਿਸਟਰ ਮਨਪ੍ਰੀਤ ਸਿੰਘ ਵਾਲੀਆ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਰ, ਪਹਿਲੀ ਗੱਲ ਤਾਂ ਤੁਹਾਡਾ ਬਹੁਤ ਸ਼ੁਕਰੀਆ, ਆਪਣਾ ਤੁਸੀਂ ਕੀਮਤੀ ਸਮਾਂ ਕੱਢਿਆ। ਹਾਂਜੀ, ਦੈਟ ਇਜ਼ ਮਾਈ ਪਲੇਜ਼ਰ। ਮੈਂ ਤੁਸੀਂ ਬੜੀ ਫੋਲੋਅਪਸ ਤੋਂ ਬਾਅਦ ਆਪਣਾ ਟਾਈਮ ਮੈਨੂੰ ਦਿੱਤਾ ਹੈਗਾ, ਸੋ ਆਈ ਐਮ ਆਲਸੋ ਵੈਰੀ ਗਲੈਡ। ਸਰ, ਤੁਸੀਂ ਸਾਡੇ ਜਿੰਨੀ ਵੀ ਯੂਥ ਆ, ਅੱਜ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਹੈਗਾ, ਪਰ ਸੁਨੇਹਾ ਦੇਣ ਤੋਂ ਪਹਿਲਾਂ ਕਿਰਪਾ ਕਰਕੇ ਆਪਣੇ ਬਾਰੇ ਤੁਸੀਂ ਆਪਣਾ ਜੋ ਵੀ ਤੁਹਾਡਾ ਸਫ਼ਰ ਹੈ ਜ਼ਿੰਦਗੀ ਦਾ, ਉਹ ਦੱਸੋ। ਮੈਂ ਜੀ ਕਪੂਰਥਲਾ ਤੋਂ ਆਹਲੂਵਾਲੀਆ ਫੈਮਿਲੀ ਤੋਂ ਬਿਲੋਂਗ ਕਰਦਾ ਹੈਗਾ। ਮੇਰੇ ਫੋਰਫਾਦਰ ਸਰਦਾਰ ਸੁਲੱਖਣ ਸਿੰਘ ਆਹਲੂਵਾਲੀਆ, ਹੀ ਵਾਜ਼ ਦਾ ਫਸਟ ਪ੍ਰੈਜ਼ੀਡੈਂਟ ਆਫ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ। 2 ਟੈਨਿਓਰ ਰਹੇ ਨੇ ਉਹ, 1947 ਤੋਂ ਲੈ ਕੇ 57 ਤੱਕ। ਤੇ ਮੇਰੀ ਫੈਮਿਲੀ ਜੋ ਹੈ ਉਹ ਬੇਸਿਕਲੀ ਐਗਰੀਕਲਚਰਿਸਟ ਫੈਮਿਲੀ ਹੈ, ਅਤੇ ਜਿਹਦੇ ਵਿੱਚ ਮੇਰੇ ਫਾਦਰ, ਮੇਰੇ ਬ੍ਰਦਰ ਸਾਰੇ ਇੰਜੀਨੀਅਰਸ ਨੇ ਅਤੇ ਆਪਣੇ ਬਿਜ਼ਨਸਿਸ ਦੇ ਵਿੱਚ ਇਨਵੋਲਵ ਨੇ। ਅਤੇ ਮੈਂ ਇੱਥੇ NJSA ਗਵਰਨਮੈਂਟ ਕਾਲਜ ਦੇ ਵਿੱਚ ਪੜ੍ਹਿਆ ਹੈਗਾ। ਮੈਂ NCC ਦੇ ਵਿੱਚ ਬੈਸਟ ਕੈਡਟ ਰਿਹਾ ਹੈਗਾ 3 ਸਾਲ ਆਪਣੇ ਡਾਇਰੈਕਟੋਰੇਟ ਤੋਂ। ਅਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਆਪਣਾ ਪ੍ਰਾਈਵੇਟ ਜੌਬ ਕੀਤੀ ਹੈ। ਮੈਂ ਪਿੱਛੇ ਲਗਭਗ 17 ਸਾਲ ਹੁਣ ਹੋ ਗਏ ਨੇ, ਅਤੇ ਹੁਣ ਮੈਂ ਐਟ ਪ੍ਰੈਜ਼ੈਂਟ ਐਜ਼ ਅ ਕੰਸਲਟੈਂਟ ਮੋਹਾਲੀ ਦੇ ਵਿੱਚ ਮੈਂ ਰਹਿੰਦਾ ਹੈਗਾ, ਅਤੇ ਜਿਹਦੇ ਵਿੱਚ ਪ੍ਰਾਈਵੇਟ ਕੰਸਲਟੈਂਸੀ ਹੈ ਅਤੇ ਲੀਗਲ ਕੰਸਲਟੈਂਸੀ। ਔਰ ਥਰੂ ਆਊਟ 17 ਈਅਰਸ ਜੋ ਜਿਹੜਾ ਹੈਗਾ ਮੇਰਾ, 17 ਸਾਲ ਦੀ ਉਮਰ ਤੋਂ ਲਗਭਗ 21 ਸਾਲ ਤੋਂ 17 ਸਾਲ ਦੀ ਉਮਰ ਤੋਂ ਮੇਰਾ ਜਿਹੜਾ ਹੈ ਪੰਜਾਬ ਪੁਲਿਸ, ਪੰਜਾਬ ਗਵਰਨਮੈਂਟ, ਸਟੇਟ UTs, ਸੈਂਟਰਲ ਗਵਰਨਮੈਂਟ ਔਰ ਕੁਝ ਕੰਟਰੀਜ਼ ਦੇ ਪ੍ਰੈਜ਼ੀਡੈਂਟਸ ਪ੍ਰਾਈਮ ਮਿਨਿਸਟਰਸ ਦੇ ਨਾਲ ਮੇਰਾ ਕਮਿਊਨੀਕੇਸ਼ਨ ਰਿਹਾ, ਜਿਹਦੇ ਵਿੱਚ ਮੈਂ ਗਵਰਨਮੈਂਟ ਨੂੰ ਵੱਖਰੇ ਮਹਿਕਮਿਆਂ ਦੀ ਇੰਪਰੂਵਮੈਂਟ ਔਰ ਗਵਰਨੈਂਸ ਦੇ ਵਿੱਚ ਮੈਂ ਸੁਜੈਸ਼ਨਸ ਲਿਖਦਾ ਹਾਂ, ਆਬਜ਼ਰਵੇਸ਼ਨਸ ਲਿਖਦਾ ਹਾਂ, ਸੁਜੈਸ਼ਨ ਲਿਖਦਾ ਹਾਂ ਇੰਪਰੂਵਮੈਂਟ ਵਾਸਤੇ। ਸਿਰਫ ਇੰਡੀਆ ਦੇ ਵਾਸਤੇ ਕਰ ਦੇਂਗੇ, ਹੋਰ ਵੀ ਆਊਟ ਆਫ ਇੰਡੀਅਨਸ ਜਿਹੜੇ ਪ੍ਰੈਜ਼ੀਡੈਂਟਸ ਹੈਗੇ ਨੇ ਉਹਨਾਂ ਵਾਸਤੇ ਕਰਦੇ ਹੋ? ਮੈਂ ਪਿਛਲੇ 20-21 ਸਾਲ ਤੋਂ ਮੈਂ ਸਟੇਟ ਔਰ UTs ਔਰ ਸੈਂਟਰਲ ਗਵਰਨਮੈਂਟ ਇੰਡੀਆ ਨੂੰ ਹੀ ਲਿਖਦਾ ਸੀ, ਪਰ ਹੁਣ ਜਿੱਦਾਂ ਕੋਵਿਡ ਵਗੈਰਾ ਦਾ ਜਿਹੜਾ ਯੂਨੀਵਰਸਲ ਪ੍ਰੋਬਲਮ ਆਈ ਹੈ ਸਾਰੀ ਦੁਨੀਆ ਦੇ ਵਿੱਚ, ਤਾਂ ਉਹਦੇ ਵਿੱਚ ਮੈਂ ਮਾਰਚ ਤੋਂ ਕੁਝ ਜਿਹੜੇ ਟੌਪ 20 ਕੰਟਰੀਜ਼ ਨੇ ਜਿਹੜੇ ਅਫੈਕਟਡ ਨੇ, ਉਹਨਾਂ ਦੇ ਪ੍ਰੈਜ਼ੀਡੈਂਟਸ ਤੇ ਪ੍ਰਾਈਮ ਮਿਨਿਸਟਰਸ ਨੂੰ ਵੀ ਮੈਂ ਸੁਜੈਸ਼ਨਸ ਭੇਜੀਆਂ, ਆਬਜ਼ਰਵੇਸ਼ਨਸ ਭੇਜੀਆਂ, ਜਿਹਦੇ ਕਰਕੇ ਮੈਨੂੰ ਕੁਝ ਐਪਰੀਸੀਏਸ਼ਨਸ ਵੀ ਰਿਸੀਵ ਹੋਈਆਂ, ਜਿੱਦਾਂ ਪ੍ਰੈਜ਼ੀਡੈਂਟ ਆਫ ਫਿਲੀਪੀਨਸ ਅਤੇ ਹੋਰਾਂ ਤੋਂ ਵੀ ਮੈਨੂੰ ਉਮੀਦ ਹੈ ਕਿ ਉਹ ਮੇਰੀ ਗੱਲ ਸੁਣਨਗੇ ਔਰ ਉਹਨੂੰ ਐਪਰੀਸ਼ੀਏਟ ਕਰਨਗੇ। ਤੁਸੀਂ ਅਮਰੀਕਾ ਵਾਈਟ ਹਾਊਸ ਦੇ ਵਿੱਚ ਵੀ ਸੰਪਰਕ ਰੱਖਿਆ ਹੈ?
ਮੈਂ ਕੰਟੀਨਿਊ ਸੰਪਰਕ ਤੇ ਨਹੀਂ ਕਹਿ ਸਕਦੇ ਤੁਸੀਂ, ਕਿਉਂਕਿ ਉਹ ਕੁਝ ਬਿਊਰੋਕਰੈਟਿਕ ਲੈਵਲ ਦਾ ਆ ਜਾਂਦਾ, ਬਟ ਮੈਂ ਜਿੱਦਾਂ ਵੱਖ-ਵੱਖ ਕੰਟਰੀਜ਼ ਦੀ ਗਵਰਨੈਂਸ ਦੀ ਮੈਂ ਨੀਤੀਆਂ ਜਾਂ ਉੱਥੇ ਜੋ ਇਨਸੀਡੈਂਟਸ ਔਰ ਐਕਟੀਵਿਟੀਜ਼ ਹੋ ਰਹੀਆਂ ਉਹਦੇ ਵਿੱਚ ਵੀ ਮੈਂ ਓਬਵੀਅਸਲੀ US ਨੂੰ ਵੀ ਮੈਂ ਕੁਝ ਆਬਜ਼ਰਵੇਸ਼ਨਸ ਭੇਜੀਆਂ ਸੀਗੀਆਂ, ਤੇ ਉਹਦੀ ਵੀ ਮੈਨੂੰ ਉਮੀਦ ਹੈ ਕਿ ਮੈਨੂੰ ਜਲਦੀ ਹੀ ਐਕਨੋਲੇਜਮੈਂਟਸ ਆਉਣਗੀਆਂ। ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਕੁਝ ਗੇਨ ਕਰ ਲਿਆ, ਇੱਕ ਯੂਥ ਨੂੰ ਇੱਕ ਮੈਸੇਜ ਅੱਜ ਕੀ ਦੇਣਾ ਚਾਹੁੰਦੇ ਹੋ? ਮੇਰਾ ਯੂਥ ਨੂੰ ਇਹ ਮੈਸੇਜ ਹੈ ਕਿ ਵਿਜ਼ਨ ਜਿਹੜਾ ਹੈ ਯੂਥ ਦਾ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਵਿਜ਼ਨ ਹੈ ਬੇਸਿਕਲੀ ਸਾਡੀ ਐਜੂਕੇਸ਼ਨ, ਸਾਡੀ ਫੈਮਿਲੀ ਬੈਕਗਰਾਊਂਡ, ਸਾਡੇ ਪ੍ਰੋਫੈਸ਼ਨ ਦੇ ਬਿਹਾਫ ਤੇ ਹੀ ਬਣਦਾ ਅੱਜ ਕੱਲ੍ਹ। ਬਟ ਜਿਹੜਾ ਇੰਡੀਵਿਜੂਅਲ ਵਿਜ਼ਨ ਹੈਗਾ ਯੂਥ ਦਾ ਉਹ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਜਿੱਦਾਂ ਫੋਰ ਐਗਜ਼ਾਮਪਲ ਕੋਈ ਕਾਲਜ ਟਾਈਮ ਤੇ ਸਕੂਲ ਟਾਈਮ ਤੇ NCC ਦੀ ਟ੍ਰੇਨਿੰਗ ਜੁਆਇਨ ਕਰਦਾ ਹੈ, ਤੇ ਉਹਦਾ ਵਿਜ਼ਨ ਹੋਣਾ ਬਹੁਤ ਜ਼ਰੂਰੀ ਹੈ ਕਲੀਅਰ, ਕਿ ਵੀ ਉਹ ਜਿਹੜੀ NCC ਦੀ ਟ੍ਰੇਨਿੰਗ ਹੈ ਉਹ ਸਿਰਫ ਆਪਣਾ ਇੰਜੋਏ ਕਰਨ ਵਾਸਤੇ ਜਾਂ ਕੈਂਪਸ ਅਟੈਂਡ ਕਰਨ ਵਾਸਤੇ ਨਹੀਂ, ਉਹਨੂੰ ਸੀਰੀਅਸਲੀ ਲਵੇ, ਕਿਉਂਕਿ NCC ਵਰਗੀਆਂ ਟ੍ਰੇਨਿੰਗਸ ਦਾ, NSS ਦਾ ਇਹ ਫਾਇਦਾ ਹੈ ਕਿ ਅੱਗੇ ਜਾ ਕੇ ਡਿਫੈਂਸ ਸਰਵਿਸਿਜ਼ ਜੁਆਇਨ ਕਰਨ ਦਾ ਜਿਹੜਾ ਮੌਕਾ ਮਿਲਦਾ ਉਹਦੇ ਵਿੱਚ ਐਲੀਜੀਬਿਲਿਟੀ ਹੋ ਜਾਂਦੀ ਹੈ। ਤੇ ਉੱਦਾਂ ਹੀ ਜਿਹੜਾ ਯੂਥ ਦਾ ਵਿਜ਼ਨ ਹੈ ਉਹ ਐਜੂਕੇਸ਼ਨ ਨੂੰ ਲੈ ਕੇ, ਡੇ ਟੂ ਡੇ ਐਕਟੀਵਿਟੀਜ਼ ਨੂੰ, ਆਬਜ਼ਰਵੇਸ਼ਨਸ ਨੂੰ ਲੈ ਕੇ ਬੜਾ ਕਲੀਅਰ ਹੋਣਾ ਚਾਹੀਦਾ। ਸਰ ਕੀ ਕਾਰਨ ਹੈ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਆ 35 ਤੋਂ ਉੱਤੇ ਆ, ਯੂਥ ਨੂੰ ਕਿਉਂ ਨਹੀਂ ਅੱਗੇ ਲੈ ਕੇ ਆਇਆ ਜਾ ਰਿਹਾ? ਦੇਖੋ ਉਹਦੇ ਵਿੱਚ ਇੱਕ ਯੂਥ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਕੀ ਉਹ ਕਿਸੇ ਨੂੰ ਸਪੋਰਟ ਕਰਨਾ ਚਾਹੁੰਦੇ ਨੇ ਜਾਂ ਕੀ ਉਹ ਆਪ ਅੱਗੇ ਆਉਣਾ ਚਾਹੁੰਦੇ ਨੇ। ਯੂਥ ਦੇ ਵਿੱਚ ਨੋ ਹਾਊ, ਐਜੂਕੇਸ਼ਨ, ਐਕਸਪੀਰੀਅੰਸ ਜਾਂ ਉਹ ਗਾਈਡੈਂਸ ਨਹੀਂ ਹੈਗੀ, ਔਰ ਨਾ ਹੀ ਜੋ ਮੈਂ ਫੀਲ ਕਰਦਾ ਕਿ ਯੂਥ ਅੱਗੇ ਆਉਣਾ ਚਾਹੁੰਦਾ ਹੈ, ਜੋ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਮਨ ਬਣਾਉਣਾ ਚਾਹੀਦਾ ਹੈ ਕਿ ਜੇ ਮੈਂ ਕਿਸੇ ਨੂੰ ਸਪੋਰਟ ਕਰ ਸਕਦਾ ਜਾਂ ਕਰ ਸਕਦੀ ਹਾਂ ਕਿਸੇ ਵੀ ਮੋਟਿਵ ਲਈ, ਤੇ ਕਿਉਂ ਨਾ ਮੈਂ ਉਹ ਆਪ ਅੱਗੇ ਜਾ ਕੇ ਉਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂ। ਤੇ ਇਹ 50% ਇਹ ਸਹੀ ਹੈ ਕਿ ਕਈ ਵਾਰੀ ਅੱਗੇ ਆਉਣ ਨਹੀਂ ਦਿੱਤਾ ਜਾਂਦਾ, ਔਰ ਉਹ 50% ਆਪਣਾ 'ਤੇ ਵੀ ਡਿਪੈਂਡ ਕਰਦਾ ਹੈ ਕਿ ਅਸੀਂ ਕਿੱਦਾਂ ਅੱਗੇ ਆਉਣਾ ਹੈ। ਤਾਂ ਯੂਥ ਨੂੰ ਹੀ ਇਨੀਸ਼ੀਏਟਿਵ ਲੈਣਾ ਪਏਗਾ। ਤੁਸੀਂ ਯੂਥ ਨੂੰ ਗਾਈਡੈਂਸ ਕਰਨ ਲਈ ਤੁਸੀਂ ਕਿੱਦਾਂ, ਉਹ ਤੁਹਾਡੇ ਨਾਲ ਕੰਟੈਕਟ ਕਰਨੀ ਆ, ਉਹ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਕਿੱਦਾਂ ਮਤਲਬ ਕਿ ਤੁਹਾਡੇ ਨਾਲ ਕੰਟੈਕਟ ਕੀਤਾ ਜਾਵੇ ਕਿ ਯੂਥ ਨੂੰ ਇੱਕ ਅੱਛਾ ਰਸਤਾ ਮਿਲੇ? ਦੇਖੋ ਮੈਂ ਫੇਸਬੁੱਕ 'ਤੇ ਵੀ ਅਵੇਲੇਬਲ ਹੈਗਾ, ਮੈਂ WhatsApp 'ਤੇ ਵੀ ਅਵੇਲੇਬਲ ਹੈਗਾ। ਮੇਰਾ ਫੇਸਬੁੱਕ ਦੇ ਉੱਤੇ ਪੇਜ ਬਹੁਤ ਜਲਦੀ ਬਣ ਜਾ ਰਿਹਾ ਹੈ, ਉਹ ਫਲੈਸ਼ ਹੋਏਗਾ। ਮਨਪ੍ਰੀਤ ਸਿੰਘ ਵਾਲੀਆ ਦੇ ਨਾਂ 'ਤੇ ਮੇਰਾ ਪ੍ਰੋਫਾਈਲ ਹੈਗਾ। ਦੂਸਰਾ, ਮੈਂ ਜਿੰਨੀ ਦੇਰ ਤੱਕ ਯੂਥ ਮੈਨੂੰ ਇੰਡੀਵਿਜੂਅਲੀ ਨਹੀਂ ਕੰਟੈਕਟ ਕਰਦਾ, ਮੈਂ ਇਨ ਜਨਰਲ ਯੂਥ ਨੂੰ ਮੈਂ ਇਹੀ ਸਲਾਹ ਦੇਣਾ ਚਾਹਾਂਗਾ ਕਿ ਐਜੂਕੇਸ਼ਨ, ਪ੍ਰੈਕਟੀਕਲ ਐਕਸਪੀਰੀਅੰਸ ਦੇ ਦਾਇਰੇ ਤੋਂ ਬਾਹਰ ਨਿਕਲਿਆ ਜਾਵੇ। ਆਪਣਾ ਕਾਫੀ ਐਕਟੀਵਿਟੀਜ਼ ਰੂਟੀਨ ਦੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਆਪਣਾ ਦਿਮਾਗ ਲਗਾਇਆ ਜਾਵੇ, ਕਿਉਂਕਿ ਅੱਜ ਕੱਲ੍ਹ ਦਾ ਜੋ ਟਾਈਮ ਆ ਰਿਹਾ ਹੈ ਉਹ ਡਿਪੈਂਡੈਂਸ ਦਾ ਨਹੀਂ ਹੈ। 1947 ਦੇ ਵਿੱਚ ਇੰਡੀਪੈਂਡੈਂਸ ਆਪਾਂ ਨੂੰ ਮਿਲ ਚੁੱਕੀ ਹੈ, ਤੇ ਇੰਡੀਪੈਂਡੈਂਸ ਤੋਂ ਬਾਅਦ ਆਪਾਂ ਨੂੰ ਆਪਣੀ ਲੋੜ ਵਾਸਤੇ ਆਪਾਂ ਨੂੰ ਇੰਡੀਪੈਂਡੈਂਟ ਹੋਣਾ ਪਏਗਾ। ਆਪਣੀ ਜਿਹੜੀ ਸੋਚ ਇੰਡੀਪੈਂਡੈਂਟ ਰੱਖਣੀ ਪੜੇਗੀ। 24/7 ਦੀ ਜਿਹੜੀ ਗਾਈਡੈਂਸ ਦੇ ਉੱਤੇ, ਕਿਸੇ ਦੀ ਗਾਈਡੈਂਸ ਉਸੇ ਅਸੀਂ ਡਿਪੈਂਡ ਕਰਾਂਗੇ ਤਾਂ ਉਹਦੇ ਨਾਲ ਨਹੀਂ ਚੱਲੇਗਾ। ਸਾਡੀ ਜਿਹੜੀ ਗਰੋਥ ਹੈ, ਪ੍ਰੋਸਪੈਰਿਟੀ ਹੈ, ਉਹ ਰੁਕ ਜਾਏਗੀ, ਕਿਉਂਕਿ ਸਮਾਜ ਦੇ ਵਿੱਚ ਕੁਝ ਲੋਕ ਸਾਡੇ ਵੈਲ ਵਿਸ਼ਰਸ ਨੇ, ਕੁਝ ਲੋਕ ਜਿਹੜੇ ਸਾਡੇ ਕੰਪੀਟੀਟਰਸ ਨੇ, ਔਰ ਜਿਹੜੇ ਕੰਪੀਟੀਟਰਸ ਹੁੰਦੇ ਨੇ ਉਹ ਕਦੀ ਨਹੀਂ ਚਾਹੁੰਦੇ ਕਿ ਸਾਡਾ ਕੰਪੀਟੀਟਰ ਜਿਹੜਾ ਅੱਗੇ ਆਏ ਕਿਸੇ ਵੀ ਫੀਲਡ ਦੇ ਵਿੱਚ। ਜੀ। ਔਰ ਐਜ਼ ਏ ਯੂਥ ਤੁਸੀਂ ਹੁਣ ਕਰੋਨਾ ਦਾ ਜਿਹੜਾ ਸਮਾਂ ਚੱਲ ਰਿਹਾ ਔਰ ਉਹਨੂੰ ਕਿਸ ਨਜ਼ਰ ਨਾਲ ਵੇਖਦੇ ਪਏ ਹੋ? ਦੇਖੋ ਜਿਹੜਾ ਕਰੋਨਾ ਦਾ ਟਾਈਮ ਹੈਗਾ, ਪੈਂਡੇਮਿਕ ਹੈ, ਉਹ ਲਾਸਟ 9 ਮੰਥਸ ਔਰ 7 ਮੰਥਸ ਤੋਂ ਚੱਲਦਾ ਆ ਰਿਹਾ ਦੁਨੀਆ ਦੇ ਵਿੱਚ। ਔਰ ਇਸ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਦੁਨੀਆ ਇੱਕ ਜਗ੍ਹਾ ਰੁਕ ਗਈ ਹੈ, ਉਹਦੇ ਵਿੱਚ ਸਾਨੂੰ ਯੂਥ ਨੂੰ, ਸਾਨੂੰ ਸਾਰੇ ਸਿਟੀਜ਼ਨਸ ਨੂੰ, ਚਾਹੇ ਉਹ ਸਾਡੇ ਸਟੇਟ ਦੇ ਨੇ, ਕੰਟਰੀ ਦੇ ਨੇ, ਚਾਹੇ ਵਰਲਡ ਦੇ ਨੇ, ਸਾਨੂੰ ਇਨਸਾਨੀਅਤ ਨੂੰ ਜਾਣਨ ਦਾ ਇੱਕ ਮੌਕਾ ਮਿਲਿਆ ਹੈ। ਕਿਉਂਕਿ ਕਾਫੀ ਜਗ੍ਹਾ 'ਤੇ ਕਈਆਂ ਦੇ ਕੰਮ ਨਹੀਂ ਚੱਲ ਰਹੇ, ਐਜੂਕੇਸ਼ਨ ਨਹੀਂ ਚੱਲ ਰਹੀ, ਸਕੂਲਸ ਨਹੀਂ ਚੱਲ ਰਹੇ, ਜਿਹਦੇ ਕਰਕੇ ਲਾਈਫ ਰੁਕ ਕੇ ਰਹਿ ਗਈ ਹੈ। ਔਰ ਕਾਫੀ ਸਿਟੀਜ਼ਨਸ ਜਿਹੜੇ ਨੇ ਉਹ ਰਿਲੈਕਸਡ ਹੋ ਗਏ ਨੇ, ਉਹਨਾਂ ਦਾ ਸਕੈਡਿਊਲ ਰਿਲੈਕਸਡ ਹੋ ਗਿਆ। ਤਾਂ ਇਸ ਟਾਈਮ ਦੇ ਵਿੱਚ, ਮੁਸ਼ਕਿਲ ਭਰੇ ਟਾਈਮ ਦੇ ਵਿੱਚ ਇਨਸਾਨ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਤਾਂ ਇਸ ਕਰਕੇ ਇਹਦੇ ਵਿੱਚ ਯੂਥ ਨੂੰ ਔਰ ਸਿਟੀਜ਼ਨਸ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਦੇ ਰਿਲੀਜੀਅਸ ਸੈਂਟੀਮੈਂਟਸ, ਪ੍ਰੋਫੈਸ਼ਨਲ ਸੈਂਟੀਮੈਂਟਸ, ਪਰਸਨਲ ਸੈਂਟੀਮੈਂਟਸ, ਇਮੋਸ਼ਨਲ ਸੈਂਟੀਮੈਂਟਸ, ਸੋਸ਼ਲ ਸੈਂਟੀਮੈਂਟਸ ਨੂੰ ਜਾਣਿਆ ਜਾਏ, ਉਹਨਾਂ ਦੇ ਬਾਰੇ ਚੰਗੀ ਸੋਚ ਰੱਖੀ ਜਾਏ, ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਤਾਂ ਕਿ ਇਸ ਪੈਂਡੇਮਿਕ ਨੂੰ ਝੇਲਿਆ ਜਾਵੇ ਇਕੱਠੇ। ਕੀ ਕਾਰਨ ਹੈ ਕਿ ਸਾਡੀ ਜਿਹੜੀ ਯੂਥ ਹੈ ਬਾਹਰਲੇ ਮੁਲਕਾਂ ਤੱਕ ਸੋਚ ਸੀਮਿਤ ਕਰਕੇ ਬੈਠੀ ਹੈ, IAS IPS ਬਣਨ ਵੱਲ ਧਿਆਨ ਕਿਉਂ ਨਹੀਂ ਦੇ ਰਹੀ? ਉਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਪਹਿਲੀ ਗੱਲ ਹੈ ਕਿ ਤੁਹਾਡਾ ਫੈਮਿਲੀ ਐਟਮੋਸਫੇਅਰ ਕਿੱਦਾਂ ਦਾ ਹੈ। ਠੀਕ
ਠੀਕ ਹੈ ਜੀ, ਤੁਹਾਨੂੰ ਮੋਟੀਵੇਸ਼ਨ ਲੈਵਲ ਤੁਹਾਡਾ ਕਿੱਦਾਂ ਦਾ, ਇੰਸਪੀਰੇਸ਼ਨ ਲੈਵਲ ਕਿੱਦਾਂ ਦਾ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਗਵਰਨਮੈਂਟ ਸਰਵਿਸਿਜ਼ ਦੀ ਗੱਲ ਕਰਦੇ ਹੋ, UPSC ਐਂਡ ਅਦਰਸ, ਉਹਦੇ ਵਿੱਚ ਅੱਜ ਕੱਲ੍ਹ ਜ਼ਰੂਰਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ, ਨਾ ਕਿ ਉਹਦੇ ਵਿੱਚ ਕਿਸੇ ਦਾ ਵਿਜ਼ਨ ਹੈ ਜਾਂ ਉਹਦੇ ਵਿੱਚ ਕੋਈ ਰਿਸਪੌਂਸਿਬਿਲਿਟੀ ਦੀ ਭਾਵਨਾ। ਸੋ ਇਸ ਕਰਕੇ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਜ਼ਰੂਰਤ ਹੈ, ਉਹਦੇ ਹਿਸਾਬ ਨਾਲ ਉਹ ਜਿਹੜਾ ਫੀਲਡ ਹੈਗਾ ਉਹ ਆਪਣਾ, ਜਾਂ ਤਾਂ ਕੋਈ ਬਿਜ਼ਨਸ 'ਚ ਚਲਾ ਜਾਂਦਾ ਹੈ, ਕੋਈ ਬਾਹਰ ਚਲਾ ਜਾਂਦਾ ਹੈ, ਜਾਂ ਕੋਈ ਇੱਥੇ ਛੋਟੀ ਮੋਟੀ ਪ੍ਰਾਈਵੇਟ ਜੌਬ ਕਰ ਲੈਂਦਾ ਹੈ, ਜਾਂ ਜਿਹੜੇ ਕਿ ਜ਼ਿਆਦਾ ਜਾਗਰੂਕ ਯੂਥ ਹੁੰਦਾ ਉਹ ਫਿਰ IAS IPS ਜਾਂਦੇ ਨੇ। ਬਟ ਉਹਦੇ ਵਿੱਚ ਵੀ ਅੱਜ ਕੱਲ੍ਹ ਜੋ ਦੇਖਿਆ ਗਿਆ ਹੈ, ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ, ਜਿਨ੍ਹਾਂ ਨੇ ਉਹ ਚੰਗਾ ਮਾਹੌਲ ਨਹੀਂ ਦੇਖਿਆ, ਲਗਜ਼ਰੀ ਨਹੀਂ ਦੇਖੀ, ਜਾਂ ਆਪਣੇ ਪੇਰੈਂਟਸ ਨੂੰ ਸਫਰ ਕਰਦੇ ਦੇਖਿਆ, ਉਹ ਫਿਰ ਨੇ ਇਹ ਜੋ ਦੇਖਿਆ ਗਿਆ ਹੈ ਪਿਛਲੇ 15 ਸਾਲ ਦੇ ਟ੍ਰੈਂਡਸ ਦੇ ਵਿੱਚ, ਉਹ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੈਂ ਆਪਣੀ ਫੈਮਿਲੀ ਵਾਸਤੇ ਕੁਝ ਕਰ ਸਕਾਂ, ਬਣ ਸਕਾਂ, ਉਸ ਮਾਹੌਲ 'ਚੋਂ ਕੱਢ ਸਕਾਂ, ਅਤੇ ਉਹ ਫਿਰ ਜੋ ਦੇਖਿਆ ਗਿਆ ਹੈ ਉਹ ਹਾਇਰ ਸਰਵਿਸਿਜ਼ ਦੇ ਵਾਸਤੇ ਆਪਟ ਕਰਦੇ ਨੇ। ਕਾਰਨ ਕੀ ਹੈ ਕਿ ਜਦੋਂ IAS IPS ਆਪਣੇ ਸਟੱਡੀ ਕਰਦਾ ਆ, ਔਰ ਜਦੋਂ ਪੋਸਟ 'ਤੇ ਬੈਠ ਜਾਂਦਾ, ਸੀਟ 'ਤੇ ਬੈਠ ਜਾਂਦਾ, ਉਹ ਆਪਣੇ ਸਿਧਾਂਤ ਭੁੱਲ ਜਾਂਦਾ ਹੈ? ਨਹੀਂ, ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਐਸਪੀਰੈਂਟਸ ਨੇ, ਜਿਹੜੇ IAS IPS ਨੇ, ਜਾਂ IFS ਨੇ, ਜਾਂ ਕੋਈ ਵੀ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਨੇ, ਜਾਂ PCS ਦੇ ਨੇ, ਉਹ ਆਪਣੇ ਸਿਧਾਂਤ ਭੁੱਲ ਜਾਂਦੇ ਨੇ। ਇੱਦਾਂ ਦਾ ਕੋਈ ਨਹੀਂ ਹੈ। ਬਟ ਆਪਣਾ ਜੋ ਮੈਂ ਐਜ਼ ਅ ਯੂਥ ਮੈਂ ਫੀਲ ਕਰਦਾ ਹਾਂ ਕਿ ਕਿਸੇ ਵੀ ਟ੍ਰੇਡ ਜਾਂ ਸੈਕਟਰ ਦੇ ਵਿੱਚ ਜਿਹੜਾ ਸਿਸਟਮ ਹੈ, ਗਵਰਨੈਂਸ ਹੈ, ਉਹ ਸਫੋਕੇਟਿੰਗ ਹੈ। ਉਹ ਜਿੱਦਾਂ ਮਤਲਬ ਕਿ ਐਗਜ਼ਾਮਪਲ ਇਹ ਹੈ ਕਿ ਵੀ ਡਿਪੈਂਡ ਕਰਦਾ ਹੈ ਕਿ ਕੋਈ PCS ਆਫਿਸਰ, IAS ਆਫਿਸਰ ਜਾਂ IPS ਆਫਿਸਰ ਹੈ, ਉਹਨੂੰ ਗਵਰਨੈਂਸ ਕਿੱਦਾਂ ਦੀ ਮਿਲਦੀ ਹੈ ਅੱਗੇ, ਕਿਹੜੇ ਪਾਰਟੀਕੂਲਰ ਸਟੇਟ ਗਵਰਨਮੈਂਟ ਦੇ ਥੱਲੇ ਉਹਨੇ ਕੰਮ ਕਰਨਾ ਹੈ, ਜਾਂ ਕਿਹੜੇ ਸਿਧਾਂਤਾਂ ਦੇ ਪੋਲੀਟੀਸ਼ੀਅਨ ਦੇ ਉੱਤੇ, ਜਾਂ ਉਹ ਭਾਵੇਂ ਕੋਈ MLA ਹੋਵੇ, ਜਾਂ ਕੈਬਨਿਟ ਮਿਨਿਸਟਰ ਹੋਵੇ, ਜਾਂ ਕੋਈ ਸੈਕਟਰੀ ਲੈਵਲ ਦਾ ਬੰਦਾ ਹੋਵੇ, ਅਤੇ ਉਹ ਡਿਪੈਂਡ ਕਰਦਾ ਹੈ ਕਿ ਉਸ ਪਾਰਟੀਕੂਲਰ ਆਫਿਸਰ ਨੂੰ ਉਹਦੇ ਉੱਤੇ ਮਾਹੌਲ ਕਿੱਦਾਂ ਦਾ ਮਿਲਦਾ ਹੈ, ਉਹਦਾ ਡੈਕੋਰਮ ਕਿੱਦਾਂ ਦਾ ਹੈ, ਮਿਨਿਸਟਰੀ ਦਾ, ਪਾਰਟੀਕੂਲਰ ਡਿਪਾਰਟਮੈਂਟ ਦਾ, ਅਤੇ ਉਹਦੇ ਹਿਸਾਬ ਨਾਲ ਫਿਰ ਜੋ ਸਾਡਾ ਇੰਡੀਆ ਦਾ ਮਾਹੌਲ ਹੈ, ਉਹਦੇ ਹਿਸਾਬ ਨਾਲ ਉਹਨੂੰ ਢਲ ਕੇ ਕੰਮ ਕਰਨਾ ਪੈਂਦਾ ਹੈ, ਜੋ ਮੈਨੂੰ ਲੱਗਦਾ ਹੈ। ਤੁਹਾਨੂੰ ਲੱਗਦਾ ਨਹੀਂ ਜਿਹੜਾ ਯੂਥ ਹੈਗਾ, ਚਾਹੇ ਉਹ ਗੌਰਮੈਂਟ ਅਦਾਰੇ ਵਿੱਚ ਕੰਮ ਕਰਦਾ ਪਿਆ, ਚਾਹੇ ਕਿਤੇ ਨਹੀਂ ਕਰ ਰਿਹਾ, ਪਰ ਉਹ ਜੰਜੀਰਾਂ 'ਚ ਜਕੜਿਆ ਹੈ? ਉਹ ਸਰ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ। ਸਾਨੂੰ ਅੱਜ ਕੱਲ੍ਹ ਕਿਉਂਕਿ ਹਰ ਕੋਈ ਜਾਗਰੂਕ ਹੈ, ਉਹੀ ਮੈਂ ਯੂਥ ਨੂੰ ਕਹਿੰਦਾ ਕਿ ਜਾਗਰੂਕ ਹੋਣ ਦੀ ਲੋੜ ਹੈਗੀ ਹੈ, ਓਬਜ਼ਰਵ ਕਰਨ ਦੀ ਲੋੜ ਹੈਗੀ ਹੈ ਕਿ ਜੋ ਜਿੱਦਾਂ ਦੀ ਗਵਰਨੈਂਸ ਚੱਲ ਰਹੀ ਹੈ, ਔਰ ਗਵਰਨਮੈਂਟ ਦੇ ਵਿੱਚ ਕਿੱਦਾਂ ਦੇ ਆਫਿਸਰਸ ਨੇ, ਕਿੱਦਾਂ ਦੇ ਉਹਨਾਂ ਦੇ ਨਾਲ ਦੇ ਯੂਥ ਨੇ ਜਿਹੜੇ IAS IPS ਬਣੇ ਨੇ, PCS ਬਣੇ ਨੇ, ਜਾਂ ਹੋਰ ਡਿਪਾਰਟਮੈਂਟਸ ਦੇ ਵਿੱਚ ਨੇ, ਉਹਨਾਂ ਨੂੰ ਓਬਜ਼ਰਵ ਕਰਨ ਦੀ ਲੋੜ ਹੈ ਕਿ ਕੀ ਵਜ੍ਹਾ ਹੈ ਕਿ ਉਹ ਕੁਛ ਰਿਸਪੌਂਸਿਬਿਲਿਟੀਜ਼ ਇੱਕ ਤਰੀਕੇ ਨਾਲ ਨਿਭਾਉਂਦੇ ਨੇ ਅਤੇ ਕੁਛ ਦੂਸਰੇ ਤਰੀਕੇ ਨਾਲ। ਉਹਨਾਂ ਦੇ ਕੰਮ ਕਰਨ ਦੇ ਵਿੱਚ ਕਿਤੇ ਨਾ ਕਿਤੇ ਡਿਫਰੈਂਸ ਦਿਖਦਾ ਹੈ, ਅਤੇ ਉਹਨੂੰ ਸਟੱਡੀ ਕਰਨ ਦੀ ਲੋੜ ਹੈ। ਬਾਕੀ ਮੈਂ ਨਹੀਂ ਸੋਚਦਾ ਕਿ ਐਜ਼ ਅ ਸਿਵੀਲੀਅਨ, ਐਜ਼ ਅ ਯੂਥ ਆਪਾਂ ਨੂੰ ਕਿਸੇ ਨੂੰ ਅੰਡਰ ਐਸਟੀਮੇਟ ਜਾਂ ਓਵਰ ਐਸਟੀਮੇਟ ਕਰੀਏ। ਤਾਂ ਮੈਂ ਇਹੀ ਯੂਥ ਨੂੰ ਕਹਿੰਦਾ ਹੈਗਾ ਕਿ ਜਦੋਂ ਅਸੀਂ ਓਬਜ਼ਰਵ ਕਰਦੇ ਹਾਂ, ਕਿਉਂਕਿ ਕਾਲਜ ਲੈਵਲ ਦੇ ਉੱਤੇ, ਸਟੂਡੈਂਟ ਲੈਵਲ ਦੇ ਉੱਤੇ ਯੂਥ ਨੇ ਕੁਛ ਨਾ ਕੁਛ ਅੱਗੇ ਜਾ ਕੇ ਬਣਨਾ ਹੁੰਦਾ, ਅਤੇ ਉਸ ਲਾਈਫ ਦੇ ਡਿਊਰਿੰਗ ਦੌਰਾਨ ਹੀ ਜਦੋਂ ਵੀ ਆਪਾਂ ਕਿਸੇ ਪੁਲਿਸ ਵਾਲੇ ਨੂੰ ਜਾਂ IAS ਨੂੰ ਜਾਂ ਕਿਸੇ PCS ਨੂੰ ਅਸੀਂ ਕੰਮ ਕਰਦੇ ਓਬਜ਼ਰਵ ਕਰਦੇ ਹਾਂ, ਅਤੇ ਅਸੀਂ ਸਮਝੀਏ ਕਿ ਕਿਹਨਾਂ ਕਾਰਨਾਂ ਕਰਕੇ ਉਹਨਾਂ ਦੀ ਉਹ ਕਾਰਗੁਜ਼ਾਰੀ ਹੈ, ਔਰ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਕੰਮ ਕਰਦੇ ਨੇ, ਤਾਂ ਕਿ ਉਹਦੇ ਨਾਲ ਹੀ ਸਾਨੂੰ ਇੰਸਪੀਰੇਸ਼ਨ ਔਰ ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਅਸੀਂ ਅੱਗੇ ਜਾ ਕੇ ਕੀ ਬਣਨਾ। ਸਰ, ਜਿਹੜੇ ਯੂਥ ਆ, ਜਦੋਂ ਰੈਲੀਆਂ ਹੁੰਦੀਆਂ, ਨਾਅਰੇ ਲਾਉਂਦੇ ਆ, ਉਹਨਾਂ ਦਾ ਚਲੋ ਇੱਕ ਲੀਡਰ ਬਣ ਜਾਂਦਾ, ਪਰ ਜਿਹੜੀ ਇੰਨੀ ਭੀੜ ਹੁੰਦੀ ਉਹ ਕਿੱਥੇ ਚਲ ਜਾਂਦੀ ਹੈ? ਉਹ ਸਰ, ਉਹਦੇ ਵਿੱਚ ਦੇਖੋ, ਮੇਰਾ ਸੁਜੈਸ਼ਨ ਤਾਂ ਇਹੀ ਹੈ ਕਿ ਜਿਹੜਾ ਤੁਸੀਂ ਗੱਲ ਕਰਦੇ ਹੋ ਉਹ ਹੈਗਾ ਪੋਲੀਟੀਕਲ ਸਿਸਟਮ ਦੇ ਨਾਲ ਰਿਲੇਟਡ, ਅਤੇ ਅਸੀਂ ਜਦੋਂ ਕਿਸੇ ਇੱਕ ਪਰਟੀਕੂਲਰ ਬੰਦੇ ਨੂੰ ਸਪੋਰਟ ਕਰਦੇ ਹਾਂ, ਉਹ ਦੇਖੋ ਕੋਈ ਵੀ MC ਦੀ ਇਲੈਕਸ਼ਨ ਹੈ, ਭਾਵੇਂ MLA ਦੀ ਹੈ, ਭਾਵੇਂ ਕੈਬਨਿਟ ਦੀ ਹੈ, ਭਾਵੇਂ ਸਟੇਟ ਦੀ ਹੈ, ਉਹਦੇ ਵਿੱਚ ਬੈਨੀਫਿਸ਼ਰੀਜ਼ ਤਾਂ ਜਿਹੜੇ ਹੁੰਦੇ ਨੇ ਉਹ ਕੈਂਡੀਡੇਟਸ ਹੁੰਦੇ ਨੇ। ਕਿਉਂਕਿ ਦੇਖੋ, ਜੇ 10 ਸੀਟਾਂ ਨੇ ਤਾਂ ਉਹਦੇ ਵਿੱਚੋਂ ਪੂਰੇ ਸ਼ਹਿਰ 'ਚੋਂ ਜਾਂ ਪੂਰੀ ਸਟੇਟ 'ਚੋਂ 10 ਬੰਦਿਆਂ ਨੇ ਹੀ ਜਿੱਤਣਾ ਹੁੰਦਾ। ਉਹਦੇ ਪਿੱਛੇ ਜਿਹੜਾ 150, 200 ਜਾਂ 5000, 10,000 ਯੂਥ ਜੁੜਦਾ ਹੈ, ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਿੰਨਾ ਟਾਈਮ ਡਿਵੋਸ਼ਨ ਚਾਹੀਦਾ ਹੈ ਇਹਨਾਂ ਐਕਟੀਵਿਟੀਜ਼ ਦੇ ਵਿੱਚ, ਉਹਦੇ ਵਿੱਚ ਵੀ ਪੋਜ਼ੀਟਿਵ ਮਾਈਂਡ ਰੱਖਣ, ਔਰ ਉਹ ਇਹ ਇਨਸ਼ੋਰ ਕਰਨ ਕਿ ਉਹਨਾਂ ਦਾ ਜਿਹੜਾ ਆਪਣਾ ਗੋਲ ਹੈ ਜ਼ਿੰਦਗੀ ਦਾ, ਉਹ ਡਿਸਟਰਬ ਨਾ ਹੋਵੇ। ਕਿਸੇ ਨੂੰ ਸਪੋਰਟ ਕਰਨਾ ਚੰਗੀ ਗੱਲ ਹੈ, ਬਟ ਉਹਦੇ ਜਿਹੜੇ ਲੌਂਗ ਟਰਮ ਆਊਟਕਮਸ ਨੇ ਉਹ ਇਵੈਲੂਏਟ ਕਰਨਾ ਬਹੁਤ ਜ਼ਰੂਰੀ ਹੈ। ਅਤੇ ਜੋ ਦੇਖਿਆ ਗਿਆ ਹੈ ਕਿ ਯੂਥ ਆਪਣਾ 2-3 ਮਹੀਨੇ ਲਗਾ ਕੇ ਜਿਹੜਾ ਪੋਲੀਟੀਕਲ ਪਾਰਟੀਜ਼ ਦੇ ਪਿੱਛੇ ਜਾਂ ਕੈਂਡੀਡੇਟਸ ਦੇ ਪਿੱਛੇ ਸਪੈਂਡ ਕਰਦੇ ਨੇ, ਉਹ ਤਾਂ ਇਲੈਕਟ ਹੋ ਜਾਂਦੇ ਨੇ ਜਾਂ ਨੋਮੀਨੇਟ ਹੋ ਜਾਂਦੇ ਨੇ ਜਾਂ ਨਿਯੁਕਤੀ 'ਤੇ ਹੋ ਜਾਂਦੇ ਨੇ। ਬਟ ਜਿਹੜਾ ਯੂਥ ਹੈਗਾ ਹੈ, ਉਹਨਾਂ ਨੂੰ ਇਹ ਸਮਝਣਾ ਹੈ ਕਿ ਕਿੰਨਾ ਟਾਈਮ ਕਿਹੜੀ ਐਕਟੀਵਿਟੀ 'ਚ ਲਗਾਉਣਾ ਹੈ। ਤੁਹਾਨੂੰ ਲੱਗਦਾ ਨਹੀਂ ਕਿ ਯੂਥ ਨੂੰ ਯੂਜ਼ ਐਂਡ ਥਰੋ ਵਾਲੀ ਪਾਲਿਸੀ ਨਾਲ ਦੇਖਿਆ ਜਾਂਦਾ?
ਇਹ ਹਰ ਜਗ੍ਹਾ ਨਹੀਂ ਹੈ, ਬਟ ਯੈਸ ਇਨ ਮੈਜੋਰਿਟੀ ਇਹ ਜ਼ਰੂਰ ਦੇਖਿਆ ਜਾਂਦਾ ਹੈ। ਔਰ ਜਿਹੜੀ ਇਹ ਪੋਲੀਟੀਕਲ ਐਕਟੀਵਿਟੀਜ਼ ਹੈਗੀਆਂ ਯੂਥ ਦੀਆਂ, ਉਹਦੇ ਪ੍ਰੋਸ ਔਰ ਕੌਨਸ ਦੋਨੋਂ ਹੀ ਨੇ। ਕਿਤੇ ਕਿਤੇ ਉਹਨਾਂ ਜੇ ਉਹ ਪੋਜ਼ਿਟਿਵਲੀ ਚੱਲਣ ਉਹਨਾਂ ਨੂੰ ਪੋਜ਼ਿਟਿਵਲੀ ਫਾਇਦਾ ਵੀ ਹੁੰਦਾ, ਜੇ ਉਹਨਾਂ ਨੂੰ ਗਾਈਡੈਂਸ ਸਹੀ ਮਿਲੇ ਪੋਲੀਟੀਕਲੀ। ਬਟ ਮੈਜੋਰਿਟੀ 'ਚ ਦੇਖਿਆ ਗਿਆ ਹੈ ਕਿ ਕੁਝ ਵੋਟਾਂ ਕਰਕੇ ਜਿਹੜੇ ਯੂਥ ਨੇ ਸਪੋਰਟ ਕੀਤੀ ਹੁੰਦੀ ਹੈ, ਜਦੋਂ ਉਹਦੇ ਤੋਂ ਕੋਈ ਇੰਟੈਂਸ਼ਨਲੀ ਅਨਇੰਟੈਂਸ਼ਨਲੀ ਗਲਤ ਕੰਮ ਹੋ ਜਾਂਦਾ ਹੈ ਤੇ ਉਹਨੂੰ ਫਿਰ ਉਹਦੇ ਵਿੱਚ ਸਪੋਰਟ ਕੀਤੀ ਜਾਂਦੀ ਹੈ, ਜਿਹਦੇ ਕਰਕੇ ਉਹ ਬੰਦਾ ਜਿਹੜਾ ਹੈ ਕਈ ਵਾਰੀ ਗਲਤ ਰਸਤੇ ਤੇ ਵੀ ਚੱਲਦਾ ਹੈ। ਔਰ ਵਾਲੀਆ ਜੀ ਦੇ ਵਿਚਾਰ ਸੁਣ ਕੇ ਦੇਖ ਕੇ ਹੁਣ ਜਿਹੜੀ ਯੂਥ ਆ ਉਹਨੂੰ ਆਪਣੀ ਪਾਵਰ ਦਾ ਪਤਾ ਲੱਗਿਆ ਹੋਣਾ। ਮੈਂ ਸੌਰਵ ਮੜੀਆ, ਐਕਟ 19 ਨਿਊਜ਼ TV ਨਾਲ ਮਨਜੀਤ ਕੌਰ।